दंडोत बंदन अनक बार, सर्व कला समरथ, डोलन ते राखो प्रभु, नानक दे कर हथ। याही कुल ते प्रगट होए, ताही कुल को नाम, पुन द्वादश गुरंद को मेरी है प्रणाम। ओ जी मन बेचै बेचै सतगुर पास, जिन्ना ने मन बेचै। मन बेचै बेचै सतगुर पास, जिन्ना ने मन बेचै। मन बेचै सतगुर पास, बेचै बेचै सतगुर पास, जिन्ना ने मन बेचै। मन बेचै बेचै सतगुर पास, जिन्ना ने मन बेचै। मन बेचै सतगुर पास, गुर के ग्रह सेवक जो रहे, गुर की आज्ञा मन में सह। गुर के ग्रह गुर की आज्ञा मन में सह। मन बेचै सतगुर के पास, तिस सेवक के कारज रास। मन बेचै तिस सेवक के कारज रास, जिन्ना ने मन बेचै। मन बेचै बेचै सतगुर पास, जिन्ना ने मन गुर के ग्रह सेवक जो रहा, गुर की आज्ञा मन में सह। आपस को कर कछ न जनावै, हर हर नाम हृदय सत त्यावै। मन बेचै सतगुर के पास, तिस सेवक के कारज रास। सेवा करत होए नेह कामी, सेवा करत होए नेह कामी। सेवा करत होए नेह कामी, सेवा करत हो तिसको होत प्राप्त स्वामी। तिसको होत
ਪ੍ਰਾਪਤ ਸੁਆਮੀ। हो जी तिस सेवक के कारज रास जिन्हाने मन बेचै बेचै सतगुर पास जिन्हाने मन बेचै। सेवा करत होए न कामी तिसको होत प्राप्त स्वामी। अपनी कृपा जिस आप करे अपनी कृपा जिस आप करे अपनी कृपा जिस आप करे अपनी कृपा जिस आप करे। नानक सो सेवक गुर की मत ले नानक सो सेवक गुर की मत ले नानक सो सेवक मन बेचै सत गुर के पास मन मन बेचा सत गुर के पास तिस सेवक के कारज रास तिस सेवक के कारज रास। मन बेचै सतगुर पास जिन्हाने मन बेचै सतगुर पास जिन्हाने मन बेचै। सतगुरां दे पवित्र ਅਤੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰਯੋਗ ਸਤ ਸੰਗੀਓ, ਆਓ ਜਿੰਨੇ ਵੀ ਇੱਥੇ ਮਾਈ ਭਾਈ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਨੇ, ਆਪਣੇ ਮਨ ਬਿਰਤੇ ਨੂੰ ਇਕਾਗਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰੀ ਫਿਰ ਸਾਰਿਆਂ ਨੇ ਕਿਰਪਾ ਕਰਨੀ ਹੈ। ਅਸਾਂ ਉਹਨਾਂ ਸਤਿਗੁਰਾਂ ਨੂੰ ਯਾਦ ਕਰਨਾ ਜਿਨ੍ਹਾਂ ਦੀ ਦਰਸ਼ਨਾਂ ਦੀ ਬਾਬਤ ਅਸੀਂ ਸਾਰਾ ਸਾਲ ਪ੍ਰਾਯੋਜਨ ਕਰਦੇ ਰਹਿੰਦੇ ਹਾਂ। ਲਖੂਕਾਂ ਪਾਠ ਕਰਨੇ ਆ, ਨਿਤਨੇਮ ਕਰਨੇ ਆ, ਭਜਨ ਦੀਆਂ ਵਰਨੀਆਂ ਹੁੰਦੀਆਂ ਨੇ, ਉਹਨਾਂ ਦੇ ਸਭ ਦਰਸ਼ਨਾਂ ਦੇ ਨਿਮਿਤ ਹੁੰਦੀਆਂ ਨੇ। ਤੋ ਆਓ ਉਹਨਾਂ ਦਾ ਪ੍ਰਾਦਰ ਭਾਵ ਜਿਹੜਾ ਸਾਰਾ ਸਾਲ ਅਸੀਂ ਮਨਾਉਂਦੇ ਹਾਂ, ਇਸ ਵਾਰ 206ਵਾਂ ਪ੍ਰਾਦਰ ਭਾਵ ਚੱਲ ਰਿਹਾ। ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਫਿਰ ਸਾਰਿਆਂ ਨੇ ਹੁਣ ਕਿਰਪਾ ਕਰਨੀ ਹੈ, ਜਿਨ੍ਹਾਂ ਦੇ ਦਰਸ਼ਨ ਅਸੀਂ 54 ਸਾਲ ਗੱਦੀ ਨਸ਼ੀਨ ਹੋਏ ਅਥਾਹ ਹੀ ਕਰਦੇ ਰਹੇ ਹਾਂ ਅਤੇ ਅਥਾਹ ਸੁੱਖ ਪ੍ਰਾਪਤ ਕੀਤਾ ਹੈ। ਅਨੇਕਾਂ ਪਰਿਵਾਰਾਂ 'ਤੇ ਮੈਂ ਕਹਿੰਦਾ ਸਾਰੇ ਨਾਮਧਾਰੀ ਪਰਿਵਾਰਾਂ 'ਤੇ ਸਤਿਗੁਰੂ ਉਹਨਾਂ ਦੀ ਬੜੀ ਕਿਰਪਾ ਰਹੀ ਹੈ। ਪਰਿਵਾਰਾਂ 'ਤੇ ਹੀ ਨਹੀਂ ਹੈ, ਪਰਿਵਾਰ ਦੇ ਹਰ ਇੱਕ ਜੀਅ 'ਤੇ ਬੜੀ ਕਿਰਪਾ ਰਹੀ ਹੈ। ਆਓ ਉਹਨਾਂ ਸਤਿਗੁਰਾਂ ਨੂੰ ਮਨ ਹਿਰਦੇ ਵਿੱਚ ਵਸਾਈਏ,
ਚਰਨਾਂ ਤੇ ਨਤਮਸਤਕ ਹੋਈਏ। ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਤੇ ਆਪਣੇ ਹੋਏ ਇਹ ਕੀਤੇ ਹੋਏ ਕਾਰਜਾਂ ਨੂੰ ਅਸਾਂ ਹੁਣ ਸਫਲ ਕਰਨਾ ਹੈ। ਇਹ ਕਿਸ ਤਰ੍ਹਾਂ ਸਫਲ ਹੁੰਦੇ ਨੇ? ਇਹ ਕਾਰਜ ਉਦੋਂ ਸਫਲ ਹੁੰਦੇ ਵੇਖੇ ਗਏ ਨੇ ਜਦੋਂ ਸਮੇਂ ਦੇ ਮਾਲਕ ਦੀ ਮੋਹਰ ਲੱਗਦੀ ਏ। ਸਮੇਂ ਦੇ ਮਾਲਕ ਦੀ ਮੋਹਰ ਲੱਗਦੀ ਏ, ਫਿਰ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਗਿਆ। ਅਤੇ ਜੇ ਕਾਰਜ ਹੁੰਦਾ ਸਫਲ ਵੇਖਿਆ ਗਿਆ ਤਾਂ ਫਿਰ ਮਨੁੱਖ ਦਾ ਜਨਮ ਵੀ ਉੱਥੇ ਸਫਲ ਹੁੰਦਾ ਵੇਖਿਆ ਗਿਆ। ਆਓ ਆਪਣੇ ਇਹਨਾਂ ਮਨੁੱਖੀ ਕਾਰਜਾਂ ਨੂੰ ਸਫਲ ਕਰਾਈਏ, ਨਾਲੇ ਮਨੁੱਖੀ ਜੀਵਨ ਨੂੰ ਸਫਲ ਕਰਾਈਏ, ਮਨ ਹਿਰਦੇ ਵਿੱਚ ਵਸਾਈਏ। ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਸਾਧ ਸੰਗਤ ਦੇ ਰੂਪ ਵਿੱਚ ਜੁੜੇ ਹਾਂ। ਇੱਥੇ ਆਣ ਕੇ ਜੁੜਨਾ, ਆਣ ਕੇ ਫਿਰ ਭਜਨ ਬੰਦਗੀ ਕਰਨਾ, ਨਾਮ ਸਿਮਰਨ ਕਰਨਾ ਗੁਰਸਿੱਖੀ ਸਮਾਜ ਦੇ ਵਿੱਚ ਸਭ ਤੋਂ ਉੱਤਮ ਕਰਮ ਧਰਮ ਦੱਸਿਆ ਗਿਆ ਹੈ। ਚੰਗੇ ਵੱਡੇ ਭਾਗਾਂ ਵਾਲੇ ਹੋਣ ਉਹ ਇਹਨਾਂ ਸਥਾਨਾਂ ਤੱਕ ਪਹੁੰਚਦੇ ਨੇ, ਇਹਨਾਂ ਜਗ੍ਹਾ ਤੱਕ ਪਹੁੰਚਦੇ ਨੇ। ਨਹੀਂ ਤਾਂ ਸੰਸਾਰਿਕ ਰੁਝੇਵਿਆਂ 'ਚੋਂ ਇਨਸਾਨ ਨੂੰ ਵਕਤ ਹੀ ਨਹੀਂ ਮਿਲਦਾ। ਸਾਰੀ ਉਮਰ ਪਤਾ ਹੀ ਨਹੀਂ ਲੱਗਦਾ ਜੀਵਨ ਮਿਲਿਆ ਅਤੇ ਕਿਸ ਤਰ੍ਹਾਂ ਗੁਜ਼ਾਰਨਾ। ਪਰ ਧੰਨ ਭਾਗ ਹੁੰਦੇ ਨੇ ਜਿਹੜੇ ਇੱਥੋਂ ਤੱਕ ਪਹੁੰਚਦੇ ਨੇ। ਬੜੇ ਵੱਡੇ ਭਾਗ ਦੱਸੇ ਨੇ ਗੁਰਮਤਿ ਪਰਿਵਾਰ ਦੇ ਅਨੁਸਾਰ। ਸੋ ਆਪ ਬੜੇ ਵੱਡੇ ਭਾਗਾਂ ਵਾਲੇ ਹੋ, ਇੱਥੋਂ ਤੱਕ ਪਹੁੰਚੇ ਹੋ। ਸਾਡੇ ਗੁਰੂ ਸਾਹਿਬਾਨ ਜਿਹੜੇ ਹਮੇਸ਼ਾ ਹੀ ਮਨੁੱਖ ਦੇ ਜੀਵਨ ਨੂੰ ਲੈ ਕੇ ਉਹਨਾਂ ਗੁਰਬਾਣੀ ਰਚੀਏ, ਉਹਦੇ ਵਿੱਚ ਸਮਝਾਉਂਦੇ ਆਏ ਨੇ ਵੀ ਮਨੁੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ, ਕੈਸਾ ਮਨ ਹੋਣਾ ਚਾਹੀਦਾ ਹੈ। ਮਨ ਦੀ ਬਾਬਤ ਉਹਨਾਂ ਬੜਾ ਕੁਝ ਦੱਸਿਆ ਬਈ ਮਨ ਨੂੰ ਕਿਸ ਤਰ੍ਹਾਂ ਸਮਝਾਉਣਾ ਹੈ, ਕਿਉਂਕਿ ਸਾਰੀਆਂ ਗੱਲਾਂ ਮਨ ਦੀਆਂ ਨੇ ਇਸ ਸਰੀਰ ਦੇ ਵਿੱਚ। ਜਿਸ ਨੇ ਆਪਣਾ ਮਨ ਕਾਬੂ ਕਰ ਲਿਆ ਉਹਨੇ ਸਮਝੋ ਜੀਵਨ ਸਫਲ ਕਰ ਲਿਆ ਇਸ ਸੰਸਾਰ ਵਿੱਚ ਆਣ ਕੇ। ਅਤੇ ਸਫਲ ਇਹ ਕਦੋਂ ਹੁੰਦਾ? ਇਹ ਕਦੋਂ ਮਨ ਕਾਬੂ 'ਚ ਆਉਂਦਾ, ਕਦੋਂ ਵਸ 'ਚ ਆਉਂਦਾ? ਜਦੋਂ ਮਨੁੱਖ ਜਿਹੜਾ ਗੁਰੂ ਦੀ ਸ਼ਰਣੀ ਜਾਂਦਾ, ਸਤਿਗੁਰ ਦੇ ਚਰਨਾਂ ਵਿੱਚ ਜਾਂਦਾ, ਜਾਂ ਸਤਿਗੁਰ ਦੇ ਚਰਨ ਆਪਣੇ ਮਨ ਹਿਰਦੇ ਵਿੱਚ ਪਰਸਦਾ, ਫਿਰ ਇਹ ਮਨ ਆਪਣੇ ਕਾਬੂ ਆਉਂਦਾ। ਨਹੀਂ ਤਾਂ ਇਹ ਭੱਜਾ ਹੀ ਫਿਰਦਾ। ਇਹ ਕਦੀ ਕਿਸੇ ਦੇ ਵੱਸ 'ਚ ਅੱਜ ਤੱਕ ਹੋਇਆ ਹੀ ਨਹੀਂ। ਸੋ ਮਨ ਜਿਹੜੀ ਇਹ ਸੰਸਾਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਸ਼ਕਤੀ ਹੈ। ਇਹਨੂੰ ਕਾਬੂ ਕਰਨ ਵਾਸਤੇ ਕਈਆਂ ਨੇ ਯਤਨ ਲਾਏ ਨੇ। ਸਾਡੇ ਰਿਸ਼ੀ ਮੁਨੀ ਜਿਹੜੇ ਯੁੱਗਾਂ ਤੋਂ ਹੀ ਤਪੱਸਿਆ ਕਰਦੇ ਆਏ ਨੇ ਵੀ ਕਿਸੇ ਤਰ੍ਹਾਂ ਇਹਨੂੰ ਆਪਣੇ ਵੱਸ 'ਚ ਕਰ ਲਈਏ, ਪਰ ਵੱਸ 'ਚ ਹੋਇਆ ਨਹੀਂ। ਹੁੰਦਾ ਕਦੋਂ ਇਹ? ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ। ਜਦੋਂ ਮਨੁੱਖ ਸਤਿਗੁਰ ਦੇ ਦਰ 'ਤੇ ਜਾਂਦਾ, ਉਹਦੀ ਸ਼ਰਨ 'ਚ ਜਾਂਦਾ, ਉਦੋਂ ਮਨ ਵਸ ਹੁੰਦਾ ਵੇਖਿਆ ਗਿਆ। ਨਹੀਂ ਤੇ ਵੱਡੇ ਵੱਡੇ ਜਿਹੜੇ ਨੇ ਉਹ ਹਾਰ ਗਏ ਨੇ ਮਨ ਨੂੰ ਵਸ ਕਰਦੇ ਕਰਦੇ। ਮਨ ਚਾਹਵੇ ਤਾਂ ਮਨੁੱਖ ਨੂੰ ਆਸਮਾਨ ਦੀਆਂ ਉਡਾਰੀਆਂ ਵੀ ਲਵਾ ਦਿੰਦਾ, ਅਤੇ ਮਨ ਚਾਹਵੇ ਅਤੇ ਮਨੁੱਖ ਨੂੰ ਰਸਾਤਲ ਦੇ ਵਿੱਚ ਵੀ ਲੈ ਜਾਂਦਾ। ਰਸਾਤਲ ਦਾ ਭਾਵ ਹੈ ਨੀਵੀਆਂ ਖੱਡਾਂ ਦੇ ਵਿੱਚ, ਉੱਥੇ ਪਹੁੰਚਾ ਦਿੰਦਾ। ਇਹ ਉਹਦੀ ਮਰਜ਼ੀ ਹੈ, ਕਿਉਂਕਿ ਉਹਦੇ ਕਾਬੂ 'ਚ ਇਨਸਾਨ ਹੋਇਆ ਹੁੰਦਾ। ਪਰ ਵਸ ਕਦੋਂ ਹੁੰਦਾ? ਜਦੋਂ ਸਤਿਗੁਰ ਦੀ ਸ਼ਰਨ 'ਚ ਅਸੀਂ ਜਾਂਦੇ ਹਾਂ, ਉਦੋਂ ਵਸ 'ਚ ਹੁੰਦਾ ਵੇਖਿਆ ਗਿਆ। ਹੁਣ ਮਨ ਕੀ ਚੀਜ਼ ਹੈ, ਇਹਦਾ ਕੀ ਰੂਪ ਹੈ, ਕੀ ਸਰੂਪ ਹੈ, ਕੀ ਵਜੂਦ ਹੈ, ਕੀ ਆਕਾਰ ਹੈ, ਕਿਸੇ ਨੂੰ ਪਤਾ ਹੀ ਕੋਈ ਨਹੀਂ, ਕਿਉਂਕਿ ਵੇਖਿਆ ਹੀ ਨਹੀਂ ਕਿਸੇ ਨੇ ਅੱਜ ਤੱਕ ਮਨ ਕੀ ਚੀਜ਼ ਹੈ। ਮਨ ਦੀ ਬਾਬਤ ਅੱਜ ਕੁਝ ਅਰਜ਼ ਬੇਨਤੀਆਂ ਕਰਨੀਆਂ ਤੁਹਾਡੇ ਨਾਲ ਸਾਂਝੀਆਂ। ਕਿਸੇ ਨੇ ਵੇਖਿਆ ਹੀ ਨਹੀਂ ਅੱਜ ਤੱਕ ਵੀ ਮਨ ਦਾ ਕੀ ਸਰੂਪ ਹੈ, ਕੀ ਆਕਾਰ ਹੈ, ਕਿਸ ਤਰ੍ਹਾਂ ਦਾ ਹੈ। ਬੜੇ ਯਤਨ ਲਾ ਲਏ ਨੇ ਇਹਨਾਂ ਨੇ, ਸਾਡੇ ਜਿਹੜੇ ਰਿਸ਼ੀ ਮੁਨੀ ਨੇ, ਇਹਨਾਂ ਨੇ ਬੜੇ ਯਤਨ ਕੀਤੇ ਨੇ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਵਸ 'ਚ ਕੀਤਾ ਜਾਵੇ, ਪਰ ਨਹੀਂ ਨਜ਼ਰ ਆਉਂਦਾ।
ਵੇਖਿਆ ਹੀ ਨਹੀਂ ਕਿਸੇ ਨੇ, ਵੇਖਿਆ ਨਹੀਂ, ਪਰ ਹੈ ਹਰ ਜਗ੍ਹਾ 'ਤੇ ਹੀ, ਹਰ ਜਗ੍ਹਾ 'ਤੇ ਮਨ ਜਿਹੜਾ ਪ੍ਰਗਟ ਹੁੰਦਾ ਹੈ। ਆ ਤੁਸੀਂ ਆਪਣੇ ਆਪ 'ਚ ਝਾਤੀ ਮਾਰ ਕੇ ਵੇਖ ਲਓ ਬਈ ਜਰਾ ਕੁ ਇਸ ਤਨ ਨੂੰ ਠੰਡ ਲੱਗਦੀ ਹੈ ਤੇ ਮਨ ਪ੍ਰਗਟ ਹੋਣ ਲੱਗ ਪੈਂਦਾ, ਫਟਾਫਟ ਕਹਿਣ ਲੱਗ ਪੈਂਦਾ ਵੀ ਮੈਨੂੰ ਠੰਡ ਬੜੀ ਲੱਗਦੀ ਹੈ, ਦੁੱਖ ਲੱਗਦਾ ਪਿਆ। ਜੇ ਸਰੀਰ ਨੂੰ ਗਰਮੀ ਲੱਗਦੀ ਹੈ ਤੇ ਉੱਥੇ ਵੀ ਮਨ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਬੜਾ ਦੁਖੀ ਹੋ ਜਾਂਦਾ ਹੈ ਗਰਮੀ ਤੋਂ। ਜੇ ਕਿਤੇ ਰਸਤੇ 'ਚ ਜਾਂਦਿਆਂ ਪੈਰ 'ਚ ਕੰਢਾ ਚੁੱਭ ਗਿਆ ਤੇ ਉੱਥੇ ਵੀ ਤਰਬ ਕੇ ਮਨ ਅੱਗੇ ਆ ਜਾਂਦਾ, ਕਿਉਂਕਿ ਬੜਾ ਦੁੱਖ ਲੱਗਦਾ ਉਸ ਮਨ ਨੂੰ। ਸੋ ਮਨ ਜਿਹਨੂੰ ਵੇਖਿਆ ਹੀ ਨਹੀਂ ਕਦੀ ਕਿਸੇ ਨੇ, ਉਹਦਾ ਕੀ ਆਕਾਰ ਹੈ, ਕੀ ਰੂਪ ਹੈ, ਕੀ ਸਰੂਪ ਹੈ, ਪਰ ਹੈ ਉਹ ਹਰ ਜਗ੍ਹਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਬਾਬਤ ਕਹਿੰਦੇ ਨੇ ਸਿੱਧ ਸਾਧਕ ਮੋਣ ਧਾਰੀ ਰਹੇ ਲਿਵ ਲਾਏ ਤਿਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਵੱਡੇ ਵੱਡੇ ਜਿਹੜੇ ਸਿੱਧ ਸਾਧਕ ਮੋਣ ਧਾਰੀ ਬੜੀ ਤਪੱਸਿਆ ਕਰਦੇ ਰਹੇ ਨੇ, ਪਰ ਮਨ ਨੂੰ ਫਿਰ ਵੀ ਉਹ ਵੇਖ ਨਹੀਂ ਸਕੇ ਅੱਜ ਤੱਕ ਬਈ ਮਨ ਕੈਸਾ ਹੁੰਦਾ ਹੈ, ਕੀ ਉਹਦਾ ਰੂਪ ਹੈ, ਕੀ ਸਰੂਪ ਹੈ, ਕੀ ਆਕਾਰ ਹੈ, ਪਤਾ ਹੀ ਨਹੀਂ ਲੱਗਾ। ਬੜੀ ਦੇਰ ਤੱਕ ਇਹ ਤਪੱਸਿਆ ਕਰਦੇ ਰਹੇ ਨੇ, ਜੁਗਾਂ ਤੱਕ ਹੀ ਮੈਂ ਕਹਿੰਦਾ ਤਪੱਸਿਆ ਕਰਦੇ ਨੇ, ਪਰ ਪਤਾ ਨਹੀਂ ਲੱਗਾ ਅੱਜ ਤੱਕ। ਕਬੀਰ ਜੀ ਵੀ ਇਸ ਬਾਬਤ ਕਹਿੰਦੇ ਨੇ ਸਨਕਾਦਕ ਨਾਰਦ ਮੁਨ ਸੇਖਾ ਤਿਨ ਵੀ ਤਨ ਮੈਂ ਮਨ ਨਹੀਂ ਦੇਖਾ। ਹੁਣ ਇਹ ਕਬੀਰ ਦੀ ਜਿਹੜੇ ਇਹ ਨਾਂ ਲੈ ਰਹੇ ਨੇ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਨਾਰਦ ਮੁਨੀ ਤੇ ਸ਼ੇਸ਼ਨਾਗ, ਇਹਨਾਂ ਦਾ ਜ਼ਿਕਰ ਕਰਨ ਦੇ ਵੀ ਇਹਨਾਂ ਨੇ ਬੜੀ ਘੋਰ ਤਪੱਸਿਆ ਕੀਤੀ ਹੈ, ਜੁਗਾਂ ਪਈ, ਬੜੇ ਜੁਗਾਂ ਪਈ ਇਹਨਾਂ ਨੇ ਤਪੱਸਿਆ ਕੀਤੀ ਹੈ, ਪਰ ਫਿਰ ਵੀ ਮਨ ਨੂੰ ਅੱਜ ਤੱਕ ਵੇਖ ਨਹੀਂ ਸਕੇ, ਵਸ ਨਹੀਂ ਕਰ ਸਕੇ। ਵਸ ਕਦੋਂ ਹੋਇਆ? ਜਦੋਂ ਸਤਿਗੁਰ ਦੀ ਸ਼ਰਨ 'ਚ ਮਨੁੱਖ ਗਿਆ, ਸਤਿਗੁਰ ਦੀ ਸ਼ਰਨ 'ਚ ਗਿਆ, ਸਤਿਗੁਰ ਦੇ ਦਰ 'ਤੇ ਗਿਆ। ਸੱਚੇ ਪਾਤਸ਼ਾਹ ਆਂਦੇ ਨੇ, ਕਹਿੰਦੇ ਨੇ ਵੀ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਜਦੋਂ ਸਤਿਗੁਰਾਂ ਦੀ ਪੂਰਨ ਕਿਰਪਾ ਹੁੰਦੀ ਹੈ ਫਿਰ ਮਨ ਜਿਹੜਾ ਉਹ ਵਸ 'ਚ ਆਉਂਦਾ ਵੇਖਿਆ ਗਿਆ, ਨਹੀਂ ਤੇ ਇਹਦਾ ਸੁਭਾਅ ਕਿਸ ਤਰ੍ਹਾਂ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਕਬੂ ਜਿਹੜਾ ਉਪ ਚੜਤ ਹੈ ਕਬੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਭਾਲੇ। ਇਹਦਾ ਸੁਭਾਅ ਹੀ ਐਸਾ ਹੈ ਕਿ ਇੱਕ ਜਗ੍ਹਾ ਇਹ ਟਿਕਦਾ ਹੀ ਨਹੀਂ ਹੈ, ਜਗ੍ਹਾ ਜਗ੍ਹਾ ਹੀ ਘੁੰਮਦਾ ਰਹਿੰਦਾ ਹੈ, ਕਦੀ ਕਿਤੇ ਕਦੀ ਕਿਤੇ, ਕਦੀ ਆਸਮਾਨ 'ਚ ਚਲੇ ਜਾਂਦਾ ਹੈ, ਕਦੀ ਪਤਾਲਾਂ 'ਚ ਚਲੇ ਜਾਂਦਾ ਹੈ, ਇੱਕ ਸਕਿੰਟ ਨਹੀਂ ਲੱਗਦਾ। ਮਹਾਰਾਜ ਗੁਰਬਾਣੀ ਚਾਹੁੰਦੇ ਨੇ, ਕਹਿੰਦੇ ਨੇ ਏਕ ਨਿਮਖ ਮੇ 4 ਕੁੰਟ ਫਿਰ ਆਵਾ, ਇੱਕ ਨਿਮਖ ਤੇ 4 ਕੁੰਟ ਫਿਰ ਆਉਂਦਾ ਹੈ। ਇੱਕ ਨਿਮਖ ਕਿਹਨੂੰ ਕਹਿੰਦੇ ਨੇ? ਜਦੋਂ ਅੱਖ ਦੇ ਝਪਕਣੇ ਆਣਾ, ਅਸੀਂ ਅੱਖ ਦੇ ਝਪਕਣੇ ਨੂੰ ਇੱਕ ਨਿਮਖ ਆਖਿਆ ਗਿਆ। ਇੰਨੇ ਚਿਰ 'ਚ ਇਹ ਮਨ ਜਿਹੜਾ 4 ਕੁੰਟ ਜਿਹੜਾ ਉਹ ਘੁੰਮ ਕੇ ਆ ਜਾਂਦਾ। ਭਾਵ ਕਹਿਣ ਦਾ ਬਈ ਇਹ ਆਪਣੇ ਆਪ ਨੂੰ ਅਸਥਿਰ ਇਹਨੇ ਰੱਖਿਆ, ਕਿਤੇ ਸਥਿਰ ਨਹੀਂ ਹੁੰਦਾ ਵੇਖਿਆ ਗਿਆ। ਮਨ ਦਾ ਸੁਭਾਅ ਇਸ ਤਰ੍ਹਾਂ ਦਾ ਦੱਸਿਆ ਗਿਆ। ਮਨ ਦੀ ਬਾਬਤ ਇੱਕ ਕਵੀ ਲਿਖਦਾ, ਕੀ ਕਹਿੰਦਾ? ਇੱਕ ਵਾਰ ਜੋ ਧੋਖਾ ਦੇ ਜਾਵੇ ਉਹਨੂੰ ਬਾਰ-ਬਾਰ ਸਮਝਾਈਏ ਕਿਉਂ। ਇੱਕ ਵਾਰ ਜੋ ਧੋਖਾ ਦੇ ਜਾਵੇ ਉਹਨੂੰ ਬਾਰ-ਬਾਰ ਅਜਮਾਈਏ ਕਿਉਂ। ਇੱਕ ਵਾਰ ਜੋ ਧੋਖਾ ਦੇ ਜਾਵੇ ਬੇਦਰਦੀ ਦਰਦਾ ਦੇਂਦਾ ਏ, ਬੇਦਰਦੀ
ਦਰਦਾਂ ਦੇਂਦਾ ਏ। ਇਸ ਨਾਲ ਮੁਹੱਬਤਾਂ ਲਾਈਏ ਕਿਉਂ ਇੱਕ ਵਾਰ, ਜੋ ਧੋਖਾ ਦੇ ਜਾਵੇ ਉਹਨੂੰ ਬਾਰ ਬਾਰ। ਖੰਭ ਟੁੱਟ ਜਾਏ ਜਿਸ ਪਖੇਰੂ ਦੇ, ਉਹ ਜਿਸ ਪੰਛੀ ਨੇ ਫਿਰ ਉੱਡਣਾ ਨਹੀਂ, ਜਿਸ ਪੰਛੀ ਨੇ ਫਿਰ ਉੱਡਣਾ ਨਹੀਂ, ਤਿਸ ਬਾਸ ਬੈਠ ਫਿਰ ਜਾਈਏ ਕਿਉਂ ਇਸ਼ਕ ਮਾਰ, ਜੋ ਧੋਖਾ ਦੇ ਜਾਵੇ ਉਹਨੂੰ ਬਾਰ ਬਾਰ। ਮੈਂ ਮੰਨਣਾ ਉਸ ਦੀ ਰਹਿਮਤ ਨੂੰ, ਰਾਈ ਤੋਂ ਪਰਬਤ ਕਰ ਸਕਦਾ, ਜੇ ਔਗਣ ਹੋਣੇ ਮਾਫ ਨਹੀਂ, ਫਿਰ ਚਰਨੀ ਸੀਸ ਨਿਵਾਏ ਕਿਉਂ ਇੱਕ ਵਾਰ, ਜੋ ਧੋਖਾ ਦੇ ਜਾਵੇ ਉਹਨੂੰ ਬਾਰ ਬਾਰ ਅਜਮਾਏ ਕਿਉਂ ਇੱਕ ਵਾਰ, ਜੋ ਧੋਖਾ ਦੇ ਜਾਵੇ ਉਹਨੂੰ ਬਾਰ ਬਾਰ ਅਜਮਾਏ ਕਿਉਂ ਇੱਕ ਵਾਰ, ਜੋ ਧੋਖਾ ਦੇ ਜਾਵੇ। ਮਨ ਦੀ ਬਾਬਤ ਕਿਸੇ ਮਹਾਤਮਾ ਨੇ ਲਿਖਿਆ ਬਈ ਇਹਨੂੰ ਬਾਰ-ਬਾਰ ਅਸੀਂ ਅਜਮਾਉਂਦੇ ਰਹਿੰਦੇ ਹਾਂ, ਪਰ ਫਿਰ ਵੀ ਇਹ ਸਾਡੇ ਵੱਸ 'ਚ ਨਹੀਂ ਆਉਂਦਾ। ਕਿਤੇ ਇੱਕ ਜਗ੍ਹਾ ਟਿਕਦਾ ਨਹੀਂ, ਇਹ ਘੁੰਮਦਾ ਹੀ ਰਹਿੰਦਾ, ਕਦੀ ਕਿਤੇ ਕਦੀ ਕਿਤੇ। ਵੱਸ 'ਚ ਕਦੋਂ ਆਇਆ? ਜਦੋਂ ਸਤਿਗੁਰ ਦੀ ਸ਼ਰਨ 'ਚ ਗਿਆ, ਸਤਿਗੁਰ ਦੇ ਦਾਇਰੇ ਵਿੱਚ ਗਿਆ, ਸਤਿਗੁਰ ਦੇ ਦਰ 'ਤੇ ਗਿਆ, ਉਦੋਂ ਇਹ ਵੱਸ 'ਚ ਆਇਆ। ਨਹੀਂ ਤੇ ਭਟਕਦਾ ਹੀ ਰਿਹਾ ਕਦੀ ਕਿਤੇ ਕਦੀ ਕਿਤੇ। ਸੋ ਜਿਨ੍ਹਾਂ ਨੇ ਮਨ ਆਪਣਾ ਸਤਿਗੁਰਾਂ ਦੇ ਚਰਨਾਂ 'ਚ ਲਾਇਆ, ਕਹਿੰਦੇ ਨੇ ਮਣੀ ਸਿੰਘ ਨੇ ਕਾਤਲਗਾਹ ਵਿੱਚ ਡੇਰਾ ਆਣ ਲਗਾਇਆ, ਕਾਤਲ ਤੇਗ ਤਰੀਕੀ ਕੀਤੀ, ਉਸ ਮਨ ਨੂੰ ਸਮਝਾਇਆ, ਗੁੱਟ 'ਤੇ ਵਾਰ ਕਰਨ ਜਾ ਲੱਗਾ, ਕਾਤਲ ਹੱਥ ਉਠਾਇਆ ਤੇ ਭਾਈ ਮਣੀ ਸਿੰਘ ਜੀ ਨੇ ਅੱਗੋਂ ਇਹ ਇਰਸ਼ਾਦ ਫਰਮਾਇਆ, ਇੱਕ ਇੱਕ ਅੰਗ ਅਲੱਗਾ ਕਰਦੇ ਮੈਂ ਹਾਂ ਇੱਥੇ ਆਇਆ। ਉਹ ਹੱਥ ਇੱਕ ਇੱਕ ਅੰਗ ਅਲੱਗਾ ਕਰਦੇ ਮੈਂ ਹਾਂ ਇੱਥੇ ਆਇਆ, ਸਾਬਤ ਹੱਥ ਵੱਢਣ ਦਾ ਸੱਜਣਾ ਤੂੰ ਕਿੱਥੋਂ ਹੁਕਮ ਲਿਆਇਆ। ਪੋਟਾ ਪੋਟਾ ਵੱਖਰਾ ਕਰਦੇ ਕਰ ਤਾਮੀਲ ਹੁਕਮ ਦੀ, ਸਾਡੇ ਲਈ ਹੈ ਇੱਕ ਹਕੀਕਤ ਕੀ ਸਾਦੀ ਕੀ ਗਮ ਦੀ। ਕਾਤਲ ਕਹੇ ਹੈਰਾਨ ਸਿੱਖਾ ਮੈਂ ਕਤਲ ਕਰਾਂ ਤੂੰ ਹੱਸਦਾ, ਤੇ ਆਸ਼ਿਕ ਕਹੇ ਮਨ ਮੇਰਾ ਗੁਰ ਚਰਨਾਂ ਦੇ ਵਿੱਚ ਵਸਦਾ। ਜਿਨ੍ਹਾਂ ਨੇ ਆਪਣਾ ਮਨ ਸਤਿਗੁਰ ਦੇ ਚਰਨਾਂ 'ਚ ਉਹਦੇ ਆਸਰੇ ਛੱਡ ਦਿੱਤਾ, ਬਈ ਜਿਸ ਤਰ੍ਹਾਂ ਤੂੰ ਰੱਖਣਾ ਰੱਖ, ਉਹ ਮਨ ਜਿਹੜਾ ਫਿਰ ਉਹ ਵਸ 'ਚ ਆਉਂਦਾ ਵੇਖਿਆ ਗਿਆ। ਸੋ ਇਸੇ ਬਾਬਤ ਅੱਜ ਇਹ ਸ਼ਬਦ ਦੀ ਟੇਕ ਲਈ ਸੀ। ਮਨ ਵੇਚੈ ਵੇਚੈ ਸਤਿਗੁਰ ਪਾਸ, ਜਿਨ੍ਹਾਂ ਨੇ ਮਨ ਵੇਚੈ ਮਨ ਵੇਚੈ ਵੇਚੈ ਸਤਿਗੁਰ ਪਾਸ, ਜਿਨ੍ਹਾਂ ਨੇ ਮਨ ਵੇਚੈ। ਮਨ ਵੇਚੈ सतगुर के पास, मन बेचे सतगुर के पास,
ओ तिसके कारज रास जिनाले मन बेचा मन बेचा बेचा सतगुर पास जिनाले मन बेचा बेचा ਸੋ ਜਿਨ੍ਹਾਂ ਨੇ ਆਪਣਾ ਮਨ ਜਿਹੜਾ ਸਤਿਗੁਰਾਂ ਦੇ ਚਰਨਾਂ 'ਚ ਰੱਖਿਆ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਆਓ ਹੁਣ ਇਤਿਹਾਸ ਵਿੱਚੋਂ ਇੱਕ ਪ੍ਰਮਾਣ ਲੈ ਕੇ ਅੱਗੇ ਚੱਲੀਏ। ਇੱਕ ਵਾਰੀ ਗੱਜ ਕੇ ਆਖੋ, ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੌਰਾ ਜਿਹੜਾ ਉਹ ਅਕਸਰ ਰਾਏਕੋਟ ਵਿੱਚ ਹੋਇਆ ਕਰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਸੱਚੇ ਪਾਤਸ਼ਾਹ ਰਾਏਕੋਟ 'ਚ ਬਹੁਤ ਵਾਰੀ ਜਾਂਦੇ ਰਹਿੰਦੇ ਸਨ, ਪਰ ਜਦੋਂ ਵੀ ਉੱਥੇ ਜਾਂਦੇ ਸਨ, ਇੱਕ ਉੱਥੇ ਡਾਕਟਰ ਰਹਿੰਦਾ ਸੀ ਗੁਰਪ੍ਰਸਾਦ, ਉਹਦੇ ਕੋਲੋਂ ਜ਼ਰੂਰ ਉਹਨੂੰ ਦਰਸ਼ਨ ਦੇ ਕੇ ਆਉਂਦੇ ਹੁੰਦੇ ਸਨ। ਉਹ ਡਾਕਟਰ ਜਿਹੜਾ ਸੀ ਗੁਰਪ੍ਰਸਾਦ, ਉਹਦਾ ਇੱਕ ਮਿੱਤਰ ਸੀ ਸ਼ਿਵਚਰਨ। ਬੜੀ ਇਹਨਾਂ ਦਾ ਤਨ ਅਤੇ ਮਨ ਦਾ ਰਿਸ਼ਤਾ ਸੀ, ਜਿਵੇਂ ਘਿਓ ਖਿਚੜੀ ਦਾ ਰਿਸ਼ਤਾ ਹੁੰਦਾ ਹੈ। ਸੱਚੇ ਪਾਤਸ਼ਾਹ ਜਦੋਂ ਗੁਰਪ੍ਰਸਾਦ ਕੋਲ ਜਾਇਆ ਕਰਦੇ ਸਨ, ਇਹਦੀ ਖਬਰ ਆਹਿਸਤਾ ਆਹਿਸਤਾ ਸ਼ਿਵਚਰਨ ਨੂੰ ਵੀ ਲੱਗ ਗਈ। ਉਹਨੇ ਇੱਕ ਦਿਨ ਗੁਰਪ੍ਰਸਾਦ ਨੂੰ ਆਖਿਆ ਬਈ ਜਦੋਂ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜੋਤ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਵੀ ਇੱਥੇ ਰਾਏਕੋਟ ਵਿੱਚ ਆਉਣ ਤੇ ਮੈਨੂੰ ਵੀ ਉਹਨਾਂ ਦੇ ਦਰਸ਼ਨ ਜ਼ਰੂਰ ਕਰਾਵੀਂ। ਇਹ ਤਰਸਦਾ ਸੀ ਵੀ ਕਿਸੇ ਤਰ੍ਹਾਂ ਮੈਂ ਵੀ ਉਹਨਾਂ ਦੇ ਦਰਸ਼ਨ ਕਰਾਂ। ਜਦੋਂ ਪਤਾ ਲੱਗਾ ਬਈ ਉਹ ਇਲਾਹੀ ਜੋਤ ਜਿਹੜੀ ਹੈ ਉਹ ਇੱਥੇ ਆਉਂਦੀ ਹੈ, ਸਮਾਂ ਬਣ ਗਿਆ ਸੱਚੇ ਪਾਤਸ਼ਾਹ ਜੀ ਦਾ ਰਾਏਕੋਟ ਦਾ ਦੌਰਾ ਜਿਹੜਾ ਉਹ ਬਣ ਗਿਆ। ਉਹਨਾਂ ਸਮਿਆਂ ਦੇ ਵਿੱਚ ਸੱਚੇ ਪਾਤਸ਼ਾਹ ਗੁਰਪ੍ਰਸਾਦ ਕੋਲ ਆ ਗਏ। ਇਹਨੇ ਅੱਗੋਂ ਸੁਨਾਹ ਭੇਜਤਾ ਸ਼ਿਵਚਰਨ ਨੂੰ ਬਈ ਤੂੰ ਵੀ ਆ ਜਾ, ਹੁਣ ਸਤਿਗੁਰੂ ਜੀ ਇੱਧਰ ਆਏ ਨੇ ਤੇ ਤੂੰ ਵੀ ਆਣ ਕੇ ਦਰਸ਼ਨ ਕਰ ਲੈ। ਬੜਾ ਖੁਸ਼ ਹੋਇਆ ਸ਼ਿਵਚਰਨ, ਬਈ ਸ਼ੁਕਰ ਹੈ ਮੇਰੀ ਜਿਹੜੀ ਉਹ ਮਨ ਦੀ ਇੱਛਾ ਜਿਹੜੀ ਉਹ ਪੂਰੀ ਹੋ ਗਈ ਹੈ। ਮਨ ਵਿੱਚ ਬੜੀਆਂ ਖੁਸ਼ੀਆਂ ਮਨਾਉਂਦਾ ਹੋਇਆ ਤੇ ਗੁਰਪ੍ਰਸਾਦ ਵੱਲ ਹੁਣ ਤੁਰ ਪਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਚਿੱਤ ਲਾ ਕੇ ਗੁਰਾਂ ਦੀ ਚਰਨੀ
ਚੱਲਿਆ ਸ਼ਿਵ ਚਰਨ ਦਰਸ਼ਨ ਕਰਨੂ, ਚਿਤ ਲਾ ਕੇ ਗੁਰਾਂ ਦੀ ਚਰਨੀ। ਸ਼ਿਵ ਚਰਨ ਚੱਲਿਆ ਦਰਸ਼ਨ ਕਰਨੂ, ਚਿਤ ਲਾ ਕੇ ਗੁਰਾਂ ਦੀ। ਮਨ ਦੇ ਵਿੱਚ ਬੜਾ ਖੁਸ਼ ਬਈ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਆਇਆ ਤੇ ਗੁਰਪ੍ਰਸਾਦ ਕੋਲ ਪਹੁੰਚ ਗਿਆ। ਉੱਥੇ ਜਾ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਬੜਾ ਖੁਸ਼ ਹੋਇਆ, ਕਿਉਂਕਿ ਅੱਜ ਤੱਕ ਪਤਾ ਹੀ ਨਹੀਂ ਸੀ ਵੀ ਗੁਰੂ ਕੈਸਾ ਹੁੰਦਾ, ਸਤਿਗੁਰ ਕੈਸਾ ਹੁੰਦਾ। ਬਸ ਸੁਣਿਆ ਹੀ ਸੀ ਇਹਨੇ ਬਈ ਨਾਮਧਾਰੀਆਂ ਦਾ ਸਤਿਗੁਰ ਇੱਥੇ ਆਉਂਦਾ। ਜਾ ਕੇ ਜਦੋਂ ਦਰਸ਼ਨ ਕੀਤਾ ਤੇ ਹਉ ਆਕਲ ਬਿਕਲ ਭਾਈ ਗੁਰੂ ਦੇਖੇ, ਹਉ ਲੋਟ ਪੋਟ ਹੋਏ ਭਾਈਆ। ਐਸਾ ਮਨ ਫਿਰ ਉੱਥੇ ਲੋਟ ਪੋਟ ਹੋਇਆ, ਕਿਉਂਕਿ ਸਤਿਗੁਰ ਦਾ ਜਿਹੜਾ ਚਿਹਰੇ ਦਾ ਜਲਾਲ ਝੱਲਿਆ ਨਹੀਂ ਜਾਂਦਾ ਕਿਸੇ ਕੋਲ। ਚਿਹਰੇ ਤੇ ਜਲਾਲ ਹੀ ਐਸਾ ਹੁੰਦਾ ਸੱਚੇ ਪਾਤਸ਼ਾਹ ਦਾ। 6.5 ਫੁੱਟਾ ਸਰੀਰ ਸਤਿਗੁਰਾਂ ਦਾ, ਬਹੁਤ ਤਗੜੀ ਕੱਦ ਕਾਠੀ ਸੀ ਇਹਨਾਂ ਦੀ। ਦੂਰੋਂ ਹੀ ਪਤਾ ਲੱਗ ਜਾਂਦਾ ਸੀ, ਇਹ ਕੋਈ ਮਨੁੱਖ ਵੀ ਐਡਾ ਲੰਮਾ ਹੋਏ ਤੇ ਤਾਂ ਵੀ ਪਤਾ ਲੱਗ ਜਾਂਦਾ, ਪਰ ਸਤਿਗੁਰ ਦੀ ਤੇ ਅਲੌਕਿਕ ਸ਼ਕਤੀਆਂ ਨਾਲ ਹੁੰਦੀਆਂ। ਚਿਹਰੇ ਦਾ ਜਲਾਲ ਹੀ ਐਸਾ ਹੁੰਦਾ, ਝੱਲਿਆ ਨਹੀਂ ਜਾਂਦਾ। ਦਰਸ਼ਨ ਐਸਾ ਹੁੰਦਾ, ਮਨ ਜਿਹੜਾ ਮੁਗਧ ਹੋ ਜਾਂਦਾ ਵੇਖ ਕੇ। ਕਿਸੇ ਕਵੀ ਨੇ ਸਤਿਗੁਰਾਂ ਦੇ ਦਰਸ਼ਨ ਬਾਬਤ ਲਿਖਿਆ, ਕਹਿੰਦਾ ਸਤਿਗੁਰ ਦੇ ਦਰਸ਼ਨ ਬਾਰੇ ਹੁਣ ਕਵੀ ਇੱਕ ਦੱਸਦਾ ਵੀ ਕਿਸ ਤਰ੍ਹਾਂ ਦਾ ਦਰਸ਼ਨ ਹੁੰਦਾ। ਕਹਿੰਦਾ ਕਵਲ ਸਮਾਨ ਨੈਣ ਕੋਇਲ ਸੇ ਮੀਠੇ ਬੈਣ, ਮੁਖੜੇ ਕੀ ਤਾਬ ਜੋ ਸਮਾਨ ਆਫਤਾਬੇ। ਕਵਲ ਸਮਾਨ ਨੈਣ ਕੋਇਲ ਸੇ ਮੀਠੇ ਬੈਣ। ਹੁਣ ਸਤਿਗੁਰ ਦੀ ਸਿਫਤ ਦੱਸਣ ਲੱਗਾ ਮਹਾਤਮਾ ਬਈ ਕਿਸ ਤਰ੍ਹਾਂ ਦਾ ਸਤਿਗੁਰ ਹੁੰਦਾ, ਉਹਦਾ ਕੈਸਾ ਦਰਸ਼ਨ ਹੁੰਦਾ। ਕਮਲ ਸਮਾਨ ਨੈਣ ਕੋਇਲ ਸੇ ਮੀਠੇ ਬੈਣ, ਮੁਖੜੇ ਕੀ ਤਾਬ ਜੋ ਸਮਾਨ ਆਫਤਾਬ। ਕਾਲੇ ਕਾਲੇ ਕੇਸ ਕਾਲੀ ਘਟਾ ਕੇ ਸਮਾਨ ਹੈ, शेर जू मुशहरे होंठ पंखड़ी गुलाबे। गले सोहे माला मोतियों से अधिक आला, सफ़ेद जोड़ा सफ़ेद चोगा शोभदा जनाब। ते शीस दस्तार है कैलाश की चोटी समान, गुरु प्रताप सिंह तेरी शान लाजवाब। सो ऐसे सन सतगुरु प्रताप सिंह सच्चे पातशाह, जिन्हां दा शिव चरने जाके दर्शन किया ते फिर लोट पोट हो गया। सुध की ना सुध रही, बुद्ध की ना बुद्ध रही, मत में ना मत है, इहो जिहा हाल हो गया। फिर उहदा ते उत्थे फिर आंदा मैं आ गया दुबारे तेरे, बख्श लै गुनाहियां नू। मैं आ गया दुबारे तेरे, बख्श लै गुनाहियां नू। मैं आ गया बख्श लै गुनाहियां नू, बख्श लै गुनाहियां नू। मैं आ गया दुआरे तेरे, बख्श लै गुनाहियां नू। आ गया दुआरे तेरे, बख्श लै गुनाहियां नू। दर्शन किया तो जाके चरना ते फिर नमस्कार करदा
ਨਮਸਕਾਰ ਕਰਦਾ ਤੇ ਫਿਰ ਉੱਥੇ ਮਨ ਭਰ ਜਾਂਦਾ, ਅੱਥਰੂ ਨਿਕਲਣ ਲੱਗ ਪੈਂਦੇ ਨੇ। ਕਿਉਂਕਿ ਮਨ ਦੀ ਅੱਜ ਗੱਲ ਕਰਨੀ ਵੀ ਮਨ, ਉਹਦੇ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ, ਉਹਦੀ ਅਵਸਥਾ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਕਿਸ ਤਰ੍ਹਾਂ ਦੇ ਮਨ ਹੁੰਦੇ ਨੇ। ਸਾਰਿਆਂ ਨੂੰ ਆਪਣੇ ਆਪਣੇ ਮਨ ਦਾ ਪਤਾ ਹੁੰਦਾ ਵੀ ਮੇਰਾ ਮਨ ਜਿਹੜਾ ਉਹ ਕਿਸ ਤਰ੍ਹਾਂ ਦੀਆਂ ਕਰਤੂਤਾਂ ਕਰਦਾ ਜਾਂ ਫਿਰ ਉਹ ਸਤਿਗੁਰਾਂ ਦੇ ਚਰਨੀ ਲੱਗਾ। ਇਹ ਸਾਰੇ ਜਾਣਦੇ ਨੇ, ਆਪੋ ਆਪਣੇ ਮਨਾਂ ਦੀਆਂ ਝਾਤੀਆਂ ਮਾਰ ਕੇ ਤੁਸੀਂ ਵੇਖ ਸਕਦੇ ਹੋ। ਸ਼ਿਵ ਚਰਨ ਨੂੰ ਵੀ ਪਤਾ ਸੀ ਵੀ ਮੇਰਾ ਮਨ ਕੈਸਾ ਹੈ, ਤਾਂ ਹੀ ਤੇ ਜਦੋਂ ਚਰਨੀ ਪਿਆ ਤੇ ਮਨ ਭਰ ਗਿਆ, ਅੱਥਰੂ ਨਿਕਲ ਰਹੇ ਨੇ। ਸੱਚੇ ਪਾਤਸ਼ਾਹ ਉਹਨੂੰ ਚੁੱਕਿਆ, ਪੁੱਛਿਆ ਵੀ ਕੀ ਗੱਲ ਏ। ਜਦੋਂ ਮਨ ਥੋੜ੍ਹਾ ਹੌਲਾ ਹੋਇਆ ਤੇ ਫਿਰ ਆਪਣੀ ਹੁਣ ਵਿਥਾ ਦੱਸਣ ਲੱਗਾ, ਬਈ ਮੇਰੇ ਮਨ 'ਚ ਕਿਸ ਤਰ੍ਹਾਂ ਦੀਆਂ ਕਰਤੂਤਾਂ ਭਰੀਆਂ ਨੇ, ਮੈਂ ਕੀ ਕੁਛ ਕਰਦਾ ਰਿਹਾ। ਆਪਣੀ ਹੁਣ ਵਿਥਾ ਜਿਹੜਾ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖੜਾ ਤੇ ਫਿਰ ਦੱਸਣ ਲੱਗਾ ਕਿਸ ਤਰ੍ਹਾਂ ਮੈਂ ਕਰਦਾ ਰਿਹਾ। ਆਂਦਾ ਵੀ ਜਦੋਂ ਮਲੇਰਕੋਟਲੇ ਦਾ ਸਾਕਾ ਜਦੋਂ ਵਰਤਿਆ ਸੀ ਨਾ, ਉੱਥੇ ਜਿਹੜੀ ਬਾਹਰੋਂ ਅੰਗਰੇਜ਼ ਫੌਜ ਆਈ ਸੀ, ਉੱਥੋਂ ਦਾ ਇੱਕ ਡਿਪਟੀ ਕਮਿਸ਼ਨਰ ਸੀ ਮਿਸਟਰ ਕਾਵਣ। ਉਹ ਇੱਥੇ ਜਦੋਂ ਆਇਆ ਬਾਹਰੋਂ ਅੰਗਰੇਜ਼, ਉਹਨੇ ਇੱਥੋਂ ਦੇ ਬੰਦਿਆਂ ਦੇ ਨਾਲ ਸੈਟਿੰਗ ਕਰਕੇ ਨਾ, ਭਾਰਤ ਦੇ ਬੰਦਿਆਂ ਦੇ ਨਾਲ, ਤੇ ਭਾਰਤ ਦੀਆਂ ਜਿਹੜੀਆਂ ਨਾਰੀਆਂ ਸਨ ਉਹਨਾਂ ਦਾ ਸੱਤ ਭੰਗ ਕਰਾਇਆ ਕਰਦਾ ਸੀ। ਤੇ ਉਹ ਜਿਹੜਾ ਸੱਤ ਭੰਗ ਹੁੰਦਾ ਸੀ ਉਹ ਸ਼ਿਵ ਚਰਨ ਦੇ ਰਾਹੀਂ ਹੁੰਦਾ ਸੀ, ਭਾਵ ਮੇਰੇ ਰਾਹੀਂ ਹੁੰਦਾ ਸੀ। ਇਹ ਸ਼ਿਵ ਚਰਨ ਦੱਸਣ ਡਿਆ। ਉਹ ਕਹਿੰਦਾ ਅੰਗਰੇਜ਼ ਮਿਸਟਰ ਕਾਵਣ ਜਿਹੜਾ ਭਾਰਤੀ ਨਾਰੀਆਂ ਦਾ ਸੱਤ ਭੰਗ ਕਰਦਾ ਸੀ ਤੇ ਵਿੱਚੋਂ ਭੋਰਾ ਚੋਰਾ ਮੈਨੂੰ ਵੀ ਫਿਰ ਮਿਲ ਜਾਂਦਾ ਸੀ। ਪਰ ਜਦੋਂ ਇਹ ਮਲੇਰਕੋਟਲੇ ਦਾ ਸਾਕਾ ਹੋਇਆ, ਉਹ ਜਥੇ ਦੇ ਵਿੱਚ ਦੋ ਬੀਬੀਆਂ ਵੀ ਸਨ, ਇੱਕ ਬੀਬੀ ਖੇਮ ਕੌਰ ਤੇ ਇੱਕ ਬੀਬੀ ਇੰਦ ਕੌਰ। ਇਹ ਦੋ ਬੀਬੀਆਂ ਵੀ ਸਨ ਉਸ ਜਥੇ ਦੇ ਵਿੱਚ।